ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ 'ਚ ਬੈਠੀ ਗੁਰੂ ਰੂਪ ਸਵਾਰੀ ਸਾਧ ਸੰਗਤ ਜੀ ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਸਾਰੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਦੇ ਉਸ ਦਰ ਦੀ ਹਾਜ਼ਰੀਆਂ ਭਰ ਰਹੇ ਹਾਂ ਜਿੱਥੋਂ ਅਸੀਂ ਹਮੇਸ਼ਾ ਆਪਣੇ ਪਰਿਵਾਰਾਂ ਦੇ ਸੁੱਖ ਦੀ ਅਰਦਾਸ ਕੀਤੀ ਹੈ, ਆਪਣੇ ਕਾਰੋਬਾਰਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ, ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਔਰ ਹਮੇਸ਼ਾ ਇਹ ਅਰਦਾਸ ਗੁਰੂ ਮਹਾਰਾਜ ਨੇ ਆਪਣੇ ਇਹਨਾਂ ਨਿਮਾਣੇ ਸਿੱਖਾਂ ਦੀਆਂ ਝੋਲੀਆਂ ਭਰੀਆਂ। ਔਰ ਜਿਸ ਤਰੀਕੇ ਦੇ ਨਾਲ ਇੱਥੇ ਆਉਣ ਵਾਲੀ ਹਰ ਸੰਗਤ ਦੀ ਅਰਦਾਸ ਮੰਨੀ ਜਾਂਦੀ ਹੈ, ਅੱਜ ਨਿਥਾ ਪ੍ਰਤੀ ਜਿਸ ਤਰੀਕੇ ਦੇ ਨਾਲ ਇੱਥੇ ਗੁਰੂ ਘਰ ਦੇ ਵਜ਼ੀਰ ਸਵੇਰੇ ਸ਼ਾਮ ਦੇ ਵੇਲੇ ਅਰਦਾਸ ਕਰਦੇ ਹੋਏ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹਨ, ਮੈਂ ਸਮਝਦਾ ਕਿ ਗੁਰੂ ਮਹਾਰਾਜ ਨੇ ਧੀਰੇ ਧੀਰੇ ਕਰਕੇ ਇਹ ਜਿਹੜਾ ਕਸ਼ਟ ਆਇਆ ਉਹਨੂੰ ਨਿਵਾਰਨਾ ਸ਼ੁਰੂ ਕੀਤਾ। ਔਰ ਜਿਸ ਤਰੀਕੇ ਦੇ ਨਾਲ ਅੱਜ ਇਸ ਮਹਾਮਾਰੀ ਦਾ ਗ੍ਰਾਫ ਧੀਰੇ ਧੀਰੇ ਘਟ ਰਿਹਾ, ਮੈਨੂੰ ਲੱਗਦਾ ਹੈ ਕਿ ਬਹੁਤ ਜਲਦੀ ਅਸੀਂ ਸਾਰੇ ਇਸ ਪ੍ਰਕੋਪ ਤੋਂ ਬਚ ਕੇ ਗੁਰੂ ਮਹਾਰਾਜ ਦੇ ਫਿਰ ਤੋਂ ਜਸ ਗਾਇਨ ਕਰਦੇ ਹੋਏ ਇਸ ਦਰਬਾਰਾਂ ਦੀਆਂ ਵਿੱਚ ਆਪਣੀਆਂ ਹਾਜ਼ਰੀਆਂ ਵੱਧ ਚੜ੍ਹ ਕੇ ਭਰਾਂਗੇ। ਕਿਉਂਕਿ ਬਹੁਤ ਵੱਡਾ ਔਰ ਬਹੁਤ ਔਖਾ ਸਮਾਂ ਪਿਛਲੇ 15 ਦਿਨ 20 ਦਿਨ ਪਹਿਲੇ ਤੋਂ ਸ਼ੁਰੂ ਹੋਇਆ। ਤਕਰੀਬਨ ਸਵਾ ਸਾਲ ਤੋਂ ਇਹ ਮਹਾਮਾਰੀ ਨੇ ਜਿੱਥੇ ਦਿੱਲੀ ਦੇ ਵਿੱਚ, ਦੇਸ਼ ਦੇ ਵਿੱਚ ਔਰ ਦੁਨੀਆ ਦੇ ਵਿੱਚ ਆਪਣੇ ਪੈਰ ਪਸਾਰੇ ਸੀ, ਮਗਰ ਪਿਛਲੇ 15-20 ਦਿਨਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਦਿੱਲੀ ਦੇ ਵਿੱਚ ਇਹ ਹਾਹਾਕਾਰ ਮੱਚੀ, ਜਿਹਦੇ ਵਿੱਚ ਸਰਕਾਰਾਂ ਦੀਆਂ ਨਾਕਾਮੀਆਂ ਵੀ ਰਹੀਆਂ ਔਰ ਮੈਂ ਸਮਝਦਾ ਕਿ ਲੋਕਾਂ ਨੇ ਵੀ ਇੱਕ ਪੈਨਿਕ ਹੋ ਗਏ ਸੀ। ਬਿਮਾਰੀ ਨੇ ਤੇ ਆਪਣਾ ਜ਼ੋਰ ਫੜਿਆ ਹੀ ਸੀ। ਉਸ ਸਮੇਂ ਦੇ ਉੱਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੀ ਜ਼ਿੰਮੇਵਾਰੀ ਲਈ ਔਰ ਸੰਗਤ ਦੇ ਅੱਗੇ ਗੁਰੂ ਚਰਨਾਂ ਦੇ ਵਿੱਚ ਅਰਦਾਸ ਕੀਤੀ ਕਿ ਅਸੀਂ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ 200 ਬੈੱਡ ਦਾ ਹਸਪਤਾਲ ਜਿਹੜਾ ਕੋਵਿਡ ਕੇਅਰ ਸੈਂਟਰ ਸ਼ੁਰੂ ਕਰਾਂਗੇ। ਮਗਰ ਗੁਰੂ ਨੂੰ ਮਨਜ਼ੂਰ ਕੁਝ ਹੋਰ ਸੀ। ਧੀਰੇ ਧੀਰੇ ਜਿਸ ਤਰੀਕੇ ਦੇ ਨਾਲ ਸੰਗਤ ਦਾ ਸਹਿਯੋਗ ਮਿਲਣਾ ਸ਼ੁਰੂ ਹੋਇਆ, ਸੰਗਤ ਨੇ ਸਾਡੇ ਤੇ ਭਰੋਸਾ ਰੱਖਦੇ ਹੋਏ ਸਾਨੂੰ ਆਸ਼ਵਾਸਨ ਦਿੱਤਾ ਕਿ ਬਹੁਤ ਵੱਡੀ ਲੋੜ ਹੈ, ਅੱਜ ਖਾਲੀ 200 ਬੈੱਡ ਦੇ ਉੱਤੇ ਤੁਸੀਂ ਨਿਰਭਰ ਨਹੀਂ ਰਹਿ ਸਕਦੇ। ਔਰ ਸੰਗਤ ਦੇ ਸਹਿਯੋਗ ਦੇ ਨਾਲ ਪਿਛਲੇ ਹਫ਼ਤੇ ਜਿਸ ਤਰੀਕੇ ਦੇ ਨਾਲ ਤੁਸੀਂ ਦੇਖਿਆ ਕਿ ਇਸ ਹਫ਼ਤੇ ਦੀ ਸ਼ੁਰੂਆਤ ਦੇ ਵਿੱਚ 400 ਬੈੱਡ ਦਾ ਕੋਵਿਡ ਕੇਅਰ ਸੈਂਟਰ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਸ਼ੁਰੂ ਕੀਤਾ ਗਿਆ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਮ ਦੇ ਉੱਤੇ, ਉਸ ਸਥਾਨ ਦੇ ਉੱਤੇ ਜਿਨੇ ਹਮੇਸ਼ਾ ਇਸ ਦੇਸ਼ ਦੀ ਰੱਖਿਆ ਕੀਤੀ ਔਰ ਉਸ ਕੋਵਿਡ ਕੇਅਰ ਸੈਂਟਰ ਨੂੰ ਜਿਸ ਤਰੀਕੇ ਦੇ ਨਾਲ ਹਸਪਤਾਲਾਂ ਦੇ ਨਾਲ ਜੋੜਤਾ ਗਿਆ, LNJP ਹਸਪੀਟਲ ਦੇ ਨਾਲ ਉਹਨੂੰ ਲਿੰਕ ਕਰਾਇਆ ਗਿਆ। ਕਿਉਂਕਿ ਗੁਰੂ ਮਹਾਰਾਜ ਦੀ ਆਪਣੀ ਕਿਰਪਾ ਸੀ, ਗੁਰੂ ਮਹਾਰਾਜ ਦਾ ਆਪਣਾ ਹੁਕਮ ਸੀ ਕਿ 400 ਸਾਲਾ ਗੁਰੂ ਤੇਗ ਬਹਾਦਰ ਸਾਹਿਬ ਦੀ ਜਿੱਥੇ ਅਸੀਂ ਸ਼ਤਾਬਦੀ ਮਨਾਉਣੀ ਸੀ, ਮਹਾਰਾਜ ਨੇ ਸਾਡੇ ਕੋਲੋਂ ਇਸ ਤਰੀਕੇ ਦੀ ਸੇਵਾ ਲੈਣੀ ਸੀ ਕਿ ਅਸੀਂ 400 ਬੈੱਡ ਦਾ ਉੱਤੇ ਕੋਵਿਡ ਕੇਅਰ ਸੈਂਟਰ ਸ਼ੁਰੂ ਕਰੀਏ ਔਰ ਲੋਕਾਂ ਨੂੰ ਜੀਵਨ ਦਾਨ ਦੇ ਸਕੀਏ, ਜੀਵਨ ਬਤੀਤ ਕਰ ਸਕਣ ਉੱਥੇ ਆ ਕੇ, ਕਿਉਂਕਿ ਕੈਸਾ ਮਾਹੌਲ ਉੱਥੇ ਬਣਾਇਆ ਗਿਆ। ਤੁਹਾਡੇ ਸਾਹਮਣੇ ਜਿਸ ਦਿਨ ਤੋਂ ਸ਼ੁਰੂ ਹੋਇਆ, ਲੋਕਾਂ ਦੇ ਵਿੱਚ ਇਸ ਗੱਲ ਦੀ ਆਸ ਹੈ ਔਰ ਉਹਨਾਂ ਦੇ ਵਿੱਚ ਇੱਕ ਉਮੀਦ ਹੁੰਦੀ ਹੈ ਕਿ ਜਿੱਥੇ ਸਾਨੂੰ ਮੈਡੀਕਲ ਫੈਸਿਲਿਟੀ ਮਿਲਣੀ ਹੈ, ਜਿੱਥੇ ਲੋਕਾਂ ਨੇ ਆਪਣਾ ਇਲਾਜ ਕਰਾਉਣ ਵਾਸਤੇ ਹਸਪਤਾਲਾਂ 'ਚ ਜਾਂਦੇ ਨੇ, ਮਗਰ ਗੁਰਦੁਆਰੇ ਦੇ ਵਰਗੀ ਜਗ੍ਹਾ ਦੇ ਵਿੱਚ ਜਿੱਥੇ ਮੈਡੀਕਲ ਫੈਸਿਲਿਟੀ ਦੀ ਉਮੀਦ ਹੈ, ਉੱਥੇ ਉਹਨਾਂ ਨੂੰ ਪਤਾ ਹੈ ਕਿ ਗੁਰੂ ਮਹਾਰਾਜ ਦੀ ਆਪਣੀ ਉੱਥੇ ਅਪਾਰ ਕਿਰਪਾ ਔਰ ਉਹ ਫੁੱਜੀ ਜਗ੍ਹਾ ਜਿੱਥੇ ਇੱਕ ਬਹੁਤ ਵੱਡੀ ਵਾਈਬਸ ਆਉਂਦੀ ਹੈ। ਇਸ ਸੇਵਾ ਨੂੰ ਦੇਖਦੇ ਹੋਏ ਜਿਸ ਤਰੀਕੇ ਦੇ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਲੋਕਾਂ ਨੇ ਸਹਿਯੋਗ ਕਰਨਾ ਸ਼ੁਰੂ ਕੀਤਾ, ਮੈਂ ਸਮਝਦਾ ਕਿ ਜਿਹੜੇ ਅਸੀਂ 400 ਬੈੱਡ ਦੇ ਉੱਤੇ ਆਕਸੀਜਨ ਕੰਸੈਂਟਰੇਟਰਸ ਲਗਾਉਣ ਦੀ ਸ਼ੁਰੂਆਤ ਕੀਤੀ ਸੀ, ਜਿੱਥੇ ਅੱਜ ਕੰਸੈਂਟਰੇਟਰ ਪੂਰੇ ਹੋਏ ਨੇ, ਉੱਥੇ ਹੀ ਅੱਜ ਸਾਨੂੰ ਸੰਗਤਾਂ ਵੱਲੋਂ ਵੈਂਟੀਲੇਟਰਸ ਆਉਣੇ ਸ਼ੁਰੂ ਹੋ ਗਏ ਨੇ ਕਿ ਤੁਸੀਂ ਬਹੁਤ ਵੱਡੀ ਜਿਹੜੀ ਸੇਵਾ ਕਰ ਰਹੇ ਹੋ। ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਕੋਵਿਡ ਦੀ ਮਹਾਮਾਰੀ ਦਾ ਅਗਲਾ ਪੜਾਵ
ਜਿਹਦੇ ਬਾਰੇ ਕੋਈ ਪ੍ਰੈਡਿਕਟ ਨਹੀਂ ਕਰ ਸਕਦਾ, ਕੋਈ ਭਵਿੱਖਬਾਣੀ ਨਹੀਂ ਕਰ ਸਕਦਾ, ਉਹਦੇ ਲਈ ਵੀ ਤਿਆਰੀ ਕਰੋ। ਔਰ ਜਿਸ ਤਰੀਕੇ ਦੇ ਨਾਲ ਅੱਜ ਵੈਂਟੀਲੇਟਰਸ ਦੇ ਲੋਕਾਂ ਨੇ ਦੇਣੇ ਸ਼ੁਰੂ ਕਰਤੇ हैं, ਆਕਸੀਜਨ ਪਲਾਂਟਾਂ ਦੀ ਸਾਨੂੰ ਆਫਰ ਆਉਣੀ ਸ਼ੁਰੂ ਹੋ ਗਈ ਹੈ ਕਿ ਆਕਸੀਜਨ ਪਲਾਂਟਸ ਵੀ ਅਸੀਂ ਡੋਨੇਟ ਕਰਾਂਗੇ। ਕਿਉਂਕਿ ਦੁਨੀਆ ਦੇ ਵਿੱਚ ਇੱਕ ਮੈਸੇਜ ਗਿਆ, ਦੁਨੀਆ ਦੀ ਸਭ ਤੋਂ ਵੱਡੀ ਇੱਕ ਮੈਗਜ਼ੀਨ ਫੋਰਬਸ ਮੈਗਜ਼ੀਨ ਨੇ ਜਿਹੜਾ ਇੱਕ ਆਰਟੀਕਲ ਲਿਖਿਆ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਤਾਰੀਫ ਕਰਦੇ ਹੋਏ, ਉਹਨੇ ਲਿਖਿਆ ਕਿ ਜਿਹੜੇ ਗੁਰਦੁਆਰੇ ਨੇ ਉਹਨਾਂ ਤੋਂ ਉੱਚੋਂ ਇੱਕ ਉਮੀਦ ਦੀ ਕਿਰਨ ਔਰ ਮਦਦ ਦੀ ਕਿਰਨ ਜਿਹੜੀ ਨਜ਼ਰ ਆਉਂਦੀ ਹੈ, ਰੇ ਆਫ ਹੋਪ ਐਂਡ ਹੈਲਪ ਜਿਹੜੀ ਹੈ ਉਹ ਗੁਰਦੁਆਰਾ ਸਾਹਿਬ ਤੋਂ ਨਜ਼ਰ ਆਉਂਦੀ ਹੈ। ਇਹ ਸਿਰਫ ਤਦ ਮੁਮਕਿਨ ਹੋਇਆ ਕਿ ਲੋਕਾਂ ਦਾ ਸਹਿਯੋਗ ਇਸ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਔਰ ਦੁਨੀਆ ਦੇ ਵਿੱਚ ਜਿਹੜੀ ਇਹ ਸੇਵਾ ਅਸੀਂ ਮਾਨਵਤਾ ਦੀ ਕਰ ਰਹੇ ਹਾਂ, ਇਹ ਉਹਦੇ ਵਿੱਚ ਆਪਣਾ ਨਾਮ ਕਰ ਸਕੇ। ਅੱਜ ਲੋਕ ਇਸ ਗੱਲੋਂ ਕੈਨੋ ਗੁਰੇਜ਼ ਨਹੀਂ ਕਰਦੇ ਕਿ ਜਿੱਥੇ ਸਰਕਾਰਾਂ ਫੇਲ ਹੋਈਆਂ ਉੱਥੇ ਸਿੱਖਾਂ ਨੇ ਸਰਕਾਰਾਂ ਤੋਂ ਵੱਧ ਬਣ ਕੇ ਰੋਲ ਅਪਣਾਇਆ ਔਰ ਆਪਣੇ ਇਸ ਜ਼ਿੰਮੇਵਾਰੀ ਨੂੰ ਬਖੂਬੀ ਨਿਭਾਇਆ। ਭਾਵੇਂ ਉਹ ਸਾਡੇ ਗਲੀਆਂ ਦੇ ਵਿੱਚ ਸਾਡੀ ਜਥੇਬੰਦੀਆਂ ਕਰ ਰਹੀਆਂ, ਸਿੰਘ ਸਭਾਵਾਂ ਕਰ ਰਹੀਆਂ, ਮਗਰ ਹਰ ਸਮਾਜ ਦੇ ਲੋਕ ਨੂੰ ਅਗਰ ਕੋਈ ਆਸ ਹੈ ਤੇ ਸਿਰਫ ਗੁਰੂ ਘਰਾਂ ਦੇ ਵਿੱਚ ਹੈ। ਸੋ ਮੈਂ ਸਮਝਦਾ ਕਿ ਸੰਗਤਾਂ ਦਾ ਜਿਹੜਾ ਸਹਿਯੋਗ ਰਿਹਾ, ਸੰਗਤਾਂ ਦਾ ਨਾ ਪਿਆਰ, ਬਹੁਤ ਵੱਡੀਆਂ ਸੇਵਾਵਾਂ ਵੱਖ-ਵੱਖ ਜਗ੍ਹਾ ਤੋਂ ਆ ਰਹੀਆਂ। ਖਾਸ ਤੌਰ ਤੇ ਸਾਡੇ ਪਿੰਡਾਂ ਤੋਂ ਜਿਸ ਤਰੀਕੇ ਦੇ ਨਾਲ ਲੋਕਾਂ ਦੇ ਵਿੱਚ ਚਾਅ ਹੈ, ਸਿੰਘ ਸਭਾਵਾਂ ਜਿੱਥੇ ਆਪਣੇ ਜ਼ਿੰਮੇਵਾਰੀ ਸਮਝਦੇ ਹੋਏ ਪੈਸੇ ਇਕੱਠੇ ਕਰ ਰਹੀਆਂ, ਉਸੇ ਤਰੀਕੇ ਦੇ ਨਾਲ ਪਿੰਡਾਂ ਦੇ ਵਿੱਚੋਂ ਕਣਕ ਭੇਜੀ ਜਾ ਰਹੀ ਹੈ, ਚਾਵਲ ਭੇਜੇ ਜਾ ਰਹੇ ਹਨ। ਕਿਉਂਕਿ ਇਹ ਸੇਵਾ ਜਿਹੜੀ ਕਰੋਨਾ ਮਹਾਮਾਰੀ ਦੇ ਸਮੇਂ ਅਸੀਂ ਸ਼ੁਰੂ ਕੀਤੀ ਹੈ ਕਿ ਅਸੀਂ ਉਹ ਕੋਵਿਡ ਪੇਸ਼ੈਂਟ ਜਿਹੜੇ ਘਰ ਲੰਗਰ ਨਹੀਂ ਬਣਾ ਸਕਦੇ ਉਹਨਾਂ ਤੱਕ ਬਣਿਆ ਹੋਇਆ ਲੰਗਰ ਪਹੁੰਚਾਉਣ ਦੀ ਅਸੀਂ ਜਿਹੜੀ ਜ਼ਿੰਮੇਵਾਰੀ ਲਈ ਸੀ। ਸੋ ਲੋਕਾਂ ਦਾ ਬਹੁਤ ਵੱਡਾ ਸਹਿਯੋਗ ਹੈ। ਮੈਂ ਉਹਨਾਂ ਸਾਰਿਆਂ ਵੀਰਾਂ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਇਸ ਮਹਾਮਾਰੀ ਦੇ ਵਿੱਚ ਜਿਹੜੀ ਆਪਣੀ ਦਸਵੰਤ ਚੋਂ ਜਿੱਥੇ ਮਾਇਆ ਭੇਜ ਰਹੇ ਆ ਉੱਥੇ ਰਸਦ ਭੇਜ ਰਹੇ ਆ। ਔਰ ਖਾਸ ਤੌਰ ਤੇ ਇਸ ਲੋਕਡਾਊਨ ਦੇ ਪੀਰੀਅਡ ਦੇ ਵਿੱਚ ਉਹ ਮੇਰੇ ਵੀਰ ਜਿਹੜੇ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਵੋਲੰਟੀਅਰ ਬਣ ਕੇ ਉਸ ਕੋਵਿਡ ਕੇਅਰ ਸੈਂਟਰ ਦੇ ਵਿੱਚ ਆਪਣੀ ਸੇਵਾ ਨਿਭਾ ਰਹੇ ਆ, ਉਹਨਾਂ ਦੇ ਵੀ ਜਿੱਥੇ ਅਸੀਂ ਧੰਨਵਾਦ ਕਰਦੇ ਹਾਂ। ਕਿਉਂਕਿ ਇਹ ਸੱਚੀ ਸੇਵਾ ਜਿਹੜੀ ਆਪਣੇ ਹੱਥੀਂ ਉੱਥੇ ਜਾ ਕੇ ਲੋਕ ਕਰ ਰਹੇ ਹਨ, ਜਿੱਥੇ ਮੈਂ ਉਹਨਾਂ ਦਾ ਧੰਨਵਾਦ ਕਰਦਾ, ਗੁਰਚਰਨਾਂ 'ਚ ਅਰਦਾਸ ਕਰਦਾ ਕਿ ਇਸ ਸਾਰੇ ਵੀਰਾਂ ਨੂੰ ਜਿਹੜੇ ਇਸ ਸੇਵਾ ਦੇ ਵਿੱਚ ਲੱਗੇ ਆ, ਜਿਨ੍ਹਾਂ ਦੇ ਉੱਤੇ ਲੋਕ ਡਿਪੈਂਡੈਂਟ ਨੇ, ਔਰ ਅਸੀਂ ਸਾਰੇ ਇਸ ਮਹਾਮਾਰੀ ਤੋਂ ਗੁਰੂ ਮਹਾਰਾਜ ਸਾਨੂੰ ਨਿਜਾਤ ਪਾਣ, ਅਸੀਂ ਫਿਰ ਤੋਂ ਉਸੇ ਤਰੀਕੇ ਦੇ ਨਾਲ ਆਪਣਾ ਜੀਵਨ ਬਤੀਤ ਕਰ ਸਕੀਏ, ਗੁਰੂ ਚਰਨਾਂ ਨਾਲ ਜੁੜ ਕੇ ਗੁਰੂ ਦੇ ਜਸ ਗਾਇਨ ਕਰ ਸਕੀਏ। ਇन्हीं शब्दों के नाल क्षमा दा जाचक वाहिगुरू जी का खालसा वाहिगुरू जी की फतेह।